ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼ਲੋਕ ਵਾਰਾਂ ਤੇ ਵਧੀਕ ਮਹਿਲਾ ਪਹਿਲਾ। ਓ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸਸੜ ਸੁਈਆ ਕਿਵ ਕਰੀ ਨਿਵਣ ਨਾ ਜਾਈ ਠਣੀ। ਓ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸਸੜ ਸੁਈਆ ਕਿਵ ਕਰੀ ਨਿਵਣ ਨਾ ਜਾਈ ਠਣੀ। ਗੱਜ ਜੇ ਲੱਗਾ ਗੜਵੜੀ ਸਖੀਏ ਟੌਰ ਹਰੀ ਛੇਤੀ ਢਹਿੰਦੇ ਡਿਠ ਮੈਂ ਮੁੰਦ ਨਾ ਗਰਭ ਥਣੀ। ਗੱਜ ਜੇ ਲੱਗਾ ਗੜਵੜੀ ਸਖੀਏ ਟੌਰ ਹਰੀ ਛੇਤੀ ਢਹਿੰਦੇ ਡਿਠ ਮੈਂ ਮੁੰਦ ਨਾ ਗਰਭ ਥਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖਾ ਜ਼ਿੰਦਗੀ ਦਾ ਮਨੋਰਥ ਪ੍ਰਭੂ ਪਰਮੇਸ਼ਰ ਵਿੱਚ ਅਭੇਦਤਾ ਹੈ। ਰੱਬ ਨੂੰ ਮਿਲਣ ਆਇਆ ਮਨੁੱਖ ਪਰ ਰੱਬ ਤੋਂ ਕੋਹਾਂ ਦੂਰ ਹੈ। ਸਭ ਤੋਂ ਵੱਡੀ ਮਲਾਪ ਵਿੱਚ ਰੁਕਾਵਟ ਇਹਦਾ ਹੰਕਾਰ, ਹਉਮੈ ਇਹਨੂੰ ਮਾਲਕ ਨਾਲ ਮਿਲਣ ਨਹੀਂ ਦਿੰਦੀ। ਜਿਨ੍ਹਾਂ ਚੀਜ਼ਾਂ ਤੋਂ ਹਉਮੈ ਪੈਦਾ ਹੁੰਦੀ ਹੈ, ਸਤਿਗੁਰੂ ਜੀ ਨੇ ਜ਼ਿੰਦਗੀ ਦਾ ਹਰ ਕੋਣਾ ਰੁਸ਼ਨਾਇਆ ਹੈ ਤਾਂ ਕਿ ਮਨੁੱਖ ਨੂੰ ਹਉਮੈ ਦੀ ਪਹਿਚਾਣ ਹੋ ਜਾਏ। ਇਹ ਆਪਣੇ ਵਿੱਚੋਂ ਇਸ ਰੋਗ ਨੂੰ ਕੱਢ ਕੇ ਇਹ ਰੱਬ ਦੇ ਮਿਲਾਪ ਦੀ ਉਹ ਜਿਹੜੀ ਦਾਤ ਹੈ ਉਹਨੂੰ ਹਾਸਲ ਕਰ ਸਕੇ। ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਉਹਨੂੰ ਮੱਦੇ ਨਜ਼ਰ ਰੱਖਦੇ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਇਹ ਬਾਣੀ ਦੀ ਆਪਾਂ ਵਿਚਾਰ ਕਰਨ ਲੱਗੇ ਹਾਂ। ਥੋੜਾ ਜਿਹਾ ਪੱਖ ਮੈਂ ਪਹਿਲਾਂ ਵਿਚਾਰ ਦਾ ਦੇ ਦਿਆਂ, ਫਿਰ ਆਪਾਂ ਅਗਲੀ ਗੱਲ ਤੋਰਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ 22 ਵਾਰਾਂ ਨੇ। ਜਿਸ ਵੀ ਗੁਰੂ ਨੇ ਵਾਰ ਲਿਖੀ ਉਹਨੇ ਪੌੜੀਆਂ ਦੇ ਰੂਪ ਵਿੱਚ ਲਿਖੀ ਹੈ। ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ, ਉਦੋਂ ਪੌੜੀਆਂ ਦੇ ਨਾਲ ਸ਼ਲੋਕ ਦਰਜ ਕਰ ਦਿੱਤੇ ਔਰ ਉਹਨਾਂ ਸ਼ਲੋਕਾਂ ਦੇ ਵਿੱਚੋਂ 20 ਵਾਰਾਂ ਨੇ ਜਿਨ੍ਹਾਂ ਨਾਲ ਸ਼ਲੋਕ ਦਰਜ ਹੋਏ ਨੇ। ਅੱਜ ਵੀ ਸਾਡੇ ਕੋਲ 3 ਸਬੂਤ ਐਸੇ ਨੇ। 2 ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਇੱਕ ਭਾਈ ਗੁਰਦਾਸ ਜੀ ਦੇ ਬਚਨਾਂ ਵਿੱਚੋਂ। ਬਸੰਤ ਕੀ ਵਾਰ ਬਾਬਾ ਸੱਤਾ ਜੀ ਤੇ ਬਲਵੰਤ ਜੀ ਉਹਨਾਂ ਦੀ ਵਾਰ, ਰਾਮਕਲੀ ਦੀ ਵਾਰ, ਇਹਨਾਂ ਦੋਨਾਂ ਵਾਰਾਂ ਨਾਲ ਸ਼ਲੋਕ ਕੋਈ ਦਰਜ ਨਹੀਂ। ਤੇ ਗੁਰੂ ਜੀ ਨੇ ਕਿਰਪਾ ਕੀਤੀ, ਬਾਅਦ ਵਿੱਚ ਸ਼ਲੋਕ ਦਰਜ ਕੀਤੇ। ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਨੇ, ਇਹੋ ਹੀ ਕਾਰਨ ਹੈ, ਤੁਸੀਂ ਕਦੇ ਪੜ੍ਹੋ ਧਿਆਨ ਨਾਲ, ਸ਼ੁੱਧ ਜਾਂ ਸ਼ੁੱਧ ਕੀਤੇ ਕੇਵਲ ਵਾਰਾਂ ਦੇ ਨਾਲ ਆਉਂਦਾ, ਬਾਕੀ ਕਿਸੇ ਬਾਣੀ ਨਾਲ ਨਹੀਂ ਆਉਂਦਾ। ਕਿਉਂਕਿ ਵਾਰ-ਵਾਰ ਚੈੱਕ ਕੀਤੀ ਗਈ ਬਾਣੀ ਹੈ। ਕੋਈ ਸ਼ਲੋਕ ਦਾ ਭਾਵ ਐਸਾ ਨਾ ਹੋਵੇ ਜਿਹੜਾ ਵਾਰ ਦੀ ਪੌੜੀ ਨਾਲ ਨਾ ਰਲਦਾ ਹੋਵੇ। ਉਸ ਤੋਂ ਬਾਅਦ ਇੱਕ ਭਾਈ ਗੁਰਦਾਸ ਜੀ ਦੀ ਲਿਖਤ ਹੈ, ਉਹਨਾਂ ਦੀਆਂ ਵਾਰਾਂ, ਤੇ ਭਾਈ ਗੁਰਦਾਸ ਜੀ ਦੀਆਂ ਜਿੰਨੀਆਂ ਵੀ ਵਾਰਾਂ ਨੇ ਉਹਨਾਂ ਨਾਲ ਕੋਈ ਸ਼ਲੋਕ ਦਰਜ ਨਹੀਂ ਹੈ। ਜੈਸਰੀ ਦੀ ਵਾਰ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਉਹ ਜੈਸਰੀ ਦੀ ਵਾਰ ਹੈ ਜਿਹੜੀ, ਉਹਦੇ ਨਾਲ ਸ਼ਲੋਕ ਵੀ ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ ਨੇ, ਉਹਦੇ ਨਾਲ ਬਕਾਇਦਾ ਲਿਖਿਆ ਹੋਇਆ ਹੈ। ਖੈਰ ਆਪਾਂ ਗੱਲ ਨਹੀਂ ਰੱਖੀ।
ਹੁਣ ਜਿਹੜੇ ਸ਼ਲੋਕ ਵਾਰਾਂ ਨਾਲ ਦਰਜ ਹੋ ਗਏ ਉਹ ਉੱਥੇ ਦਰਜ ਕਰ ਦਿੱਤੇ, ਪਰ ਜਿਹੜੇ 12 ਤੋਂ ਵੱਧ ਗਏ ਉਹ ਸਤਿਗੁਰੂ ਜੀ ਨੇ ਅਖੀਰ ਵਿੱਚ ਇੱਕ ਹੈਡਿੰਗ ਦਿੱਤਾ, ਸ਼ਲੋਕ 12 ਤੇ ਵਧੇਕ। ਸਾਡੀ ਆਮ ਪੰਜਾਬੀ ਦਾ ਸ਼ਬਦ ਹੈ, 12 ਤੋਂ ਵਧੇ ਹੋਏ ਸ਼ਲੋਕ ਇੱਥੇ ਦਰਜ ਕੀਤੇ ਨੇ। ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਅੰਗਦ ਸਾਹਿਬ ਦੇ 63 ਸ਼ਲੋਕ ਨੇ, ਉਹ 12 ਨਾਲ ਦਰਜ ਹੋ ਕੇ ਵਧੇਕ ਬਚੇ ਹੀ ਨਹੀਂ, ਇਸ ਲਈ ਵਧੇਕ ਵਿੱਚ ਉਹਨਾਂ ਦੇ ਸ਼ਲੋਕ ਨਹੀਂ ਹੈ। ਗੁਰੂ ਅਮਰਦਾਸ ਜੀ ਦੇ ਨੇ, ਗੁਰੂ ਰਾਮਦਾਸ ਜੀ ਦੇ ਨੇ, ਗੁਰੂ ਅਰਜਨ ਪਾਤਸ਼ਾਹ ਜੀ ਦੇ ਨੇ, ਜਿਵੇਂ ਜਿਵੇਂ ਗੱਲ ਚੱਲੇਗੀ। ਤਾਂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਇਹ ਸ਼ਲੋਕ ਨੇ ਇਹ 33 ਨੇ ਗਿਣਤੀ ਵਿੱਚ, ਜਿਹੜੇ 12 ਤੋਂ ਵਧੇ ਹੋਏ ਨੇ। ਉਹਦੇ ਵਿੱਚ ਸਤਿਗੁਰੂ ਸਾਨੂੰ ਅੱਜ ਸਮਰਥ ਬਖਸ਼ਿਸ਼ ਕਰਦੇ ਨੇ। ਇੱਕ ਬੇਨਤੀ ਹੋਰ ਕਰਾਂ, ਗੁਰੂ ਜੀ ਨੇ ਜ਼ਿੰਦਗੀ ਦੇ ਰਿਸ਼ਤਿਆਂ ਨੂੰ ਲੈ ਕੇ ਗੱਲ ਕੀਤੀ ਹੋਈ ਹੈ। ਹਮੇਸ਼ਾ ਗੱਲਬਾਤ ਜਿਹੜੀ ਆਮ ਉਹ ਸੰਸਾਰ ਦੀ ਹੈ, ਜਿਹੜੀਆਂ ਉਦਾਹਰਨਾਂ ਨੇ ਵਿਚਾਰ ਕਰਨ ਦਾ ਢੰਗ ਉਹ ਸੰਸਾਰੀ ਹੈ, ਪਰ ਜਿਹੜੀ ਵਿੱਚ ਬਾਤ ਪਾਈ ਹੈ, ਗਿਆਨ ਦਿੱਤਾ ਉਹ ਨਿਰੰਕਾਰ ਦਾ ਹੈ, ਉਹ ਸੰਸਾਰ ਦੇ ਨਾਲ ਨਹੀਂ। ਅੱਜ ਵੀ ਸਤਿਗੁਰੂ ਦੋ ਸਹੇਲੀਆਂ ਵਿੱਚ ਗੱਲ ਕਰਦੇ ਨੇ। ਜਵਾਨੀ ਪਹਿਰੇ ਦੀ ਗੱਲ ਹੈ, ਤੇ ਜਵਾਨੀ ਵਿੱਚ ਮਨੁੱਖ ਜਿੰਨੀ ਗੱਲ ਆਪਣੇ ਦੋਸਤਾਂ ਨਾਲ ਕਰਦਾ ਉਨੀ ਮਾਂ ਨਾਲ, ਭੈਣ ਭਰਾਵਾਂ, ਸਕੇ ਸੰਬੰਧੀਆਂ ਨੂੰ ਕਿਸੇ ਨਾਲ ਵੀ ਨਹੀਂ ਕਰਦਾ। ਸਿਰਫ ਜਵਾਨੀ ਪਹਿਰੇ 'ਚ ਸਭ ਤੋਂ ਵੱਧ ਰਾਏ ਜਿਹੜੀ ਹੈ, ਵਿਚਾਰ ਜਿਹੜੀ ਹੈ, ਉਹ ਦੋਸਤਾਂ ਨਾਲ ਕਰਦਾ ਹੈ। ਤੇ ਇਹ ਜਵਾਨੀ ਪਹਿਰੇ ਦਾ ਜਿਸ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ। ਤੇ ਜਿਹੜੀ ਬਾਤ ਸਮਝਾਉਣ ਵਾਸਤੇ ਜੋ ਪਾਤਰ ਚੁਣੇ ਨੇ ਉਹ ਵੀ ਦੋ ਸਹੇਲੀਆਂ ਚੁਣੀਆਂ ਨੇ। ਇੱਕ ਸਹੇਲੀ ਦੂਜੀ ਸਹੇਲੀ ਨੂੰ ਇੱਕ ਸਵਾਲ ਪੁੱਛਦੀ ਹੈ ਤੇ ਉਹ ਸਹੇਲੀ ਉਹਨੂੰ ਉਸ ਗੱਲ ਦਾ ਜਵਾਬ ਦਿੰਦੀ ਹੈ। ਦੋ ਸਹੇਲੀਆਂ ਦੀ ਗੱਲ ਵਿੱਚੋਂ ਸਤਿਗੁਰੂ ਜੀ ਨੇ ਜੀਵਨ ਦੇ ਵਿੱਚ ਹਉਮੈ ਜਿਹੜੀ ਸਭ ਤੋਂ ਵੱਡੀ ਦੁਸ਼ਮਣ ਹੈ ਉਹਦਾ ਸਾਨੂੰ ਹੱਲ ਦੱਸ ਦਿੱਤਾ ਹੋਇਆ ਹੈ। ਦੋ ਸਹੇਲੀਆਂ ਦੀ ਗੱਲ ਵਿੱਚੋਂ ਰੱਬੀ ਮਿਲਾਪ ਦੀ ਜੁਗਤ ਸਮਝਾ ਦਿੱਤੀ ਹੈ ਹਜ਼ੂਰ ਨੇ। ਐਡੀ ਵੱਡੀ ਕਿਰਪਾ ਕੀਤੀ ਸਾਡੇ ਉੱਤੇ। ਤਾਂ ਹਜ਼ੂਰ ਕਿਰਪਾ ਕਰਦੇ ਨੇ, ਮਾਲਕ ਜੀ ਜ਼ਿੰਦਗੀ ਦੇ ਅੰਦਰ ਸਭ ਤੋਂ ਵੱਡਾ ਹੰਕਾਰ ਜਿਹੜਾ ਹੈ ਉਹ ਮਨੁੱਖ ਨੂੰ ਆਪਣੇ ਜੋਬਨ ਦਾ ਹੈ। ਗੁਰਬਾਣੀ ਵਿੱਚ ਬੜੇ ਅਰਸੇ ਬਚਨ ਆਏ ਨੇ, ਦੋ ਜੋਬਨ ਦੇ ਵੱਡੇ ਔਗਣ ਨੇ। ਨੰਬਰ 1, ਇਹ ਸਭ ਤੋਂ ਵੱਡਾ ਬੈਰੀ ਹੈ। ਗੁਰਬਾਣੀ ਦੀ ਬਚਨ ਨੇ, ਧਨ ਜੋਬਨ ਦੋਏ ਬੈਰੀ ਹੋਏ, ਜਿਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ। ਜੋਬਨ ਬਹੁਤ ਬੈਰੀ ਬਣਦਾ ਹੈ। ਜੀਵਨ ਦੇ ਉਜਾੜੇ ਦਾ ਕਾਰਨ ਬਹੁਤਾ ਜੋਬਨ, ਮਾਣ ਮੱਤਾ ਜੋਬਨ, ਹੰਕਾਰ। ਇਹ ਮਨੁੱਖ ਨੂੰ ਰੱਬੀ ਰਾਹ ਤੇ ਨਹੀਂ ਤੁਰਨ ਦਿੰਦਾ। ਜਿੰਨੇ ਵੀ ਦੁਨੀਆ ਵਿੱਚ ਲੁੱਟਾਂ ਖੋਹਾਂ ਹੋਈਆਂ, ਧੀਆਂ ਭੈਣਾਂ ਦੇ ਟੋਲੇ ਚੁੱਕੇ ਗਏ, ਉਹਨਾਂ ਤੇ ਕਹਿਰ ਵਰਤਿਆ, ਇਹ ਸਿਰਫ ਜੋਬਨ ਦੇ ਕਾਰਨ ਵਰਤਿਆ। ਸਤਿਗੁਰੂ ਨੇ ਬੜੀ ਕਿਰਪਾ ਕੀਤੀ। ਜੋਬਨ ਦੇ ਹੰਕਾਰ ਵਿੱਚੋਂ, ਹੰਕਾਰ ਬਹੁਤ ਚੀਜ਼ਾਂ ਦਾ ਹੋ ਸਕਦਾ ਹੈ, ਪਰ ਉਹਦੇ ਵਿੱਚ ਜਵਾਨੀ ਦਾ ਹੰਕਾਰ ਹੈ, ਜੋਬਨ ਦਾ ਹੰਕਾਰ ਹੈ। ਜੋਬਨ ਦੇ ਹੰਕਾਰ ਵਿੱਚੋਂ ਸਾਨੂੰ ਕੱਢਿਆ। ਪਹਿਲਾ ਔਗਣ ਦੱਸਿਆ ਵੀ ਇਹ ਵੈਰੀ ਬਣ ਜਾਂਦਾ ਹੈ। ਦੂਜੀ ਗੱਲ ਸਭ ਕਹਿੰਦੇ ਦੂਜਾ ਇਹਦਾ ਕਾਰਨ ਵੱਡਾ ਇਹ ਹੈ, ਮਨੁੱਖ ਜਵਾਨੀ ਦੇ ਵਿੱਚ ਭੁੱਲ ਜਾਂਦੇ ਸਭ ਕੁਝ। ਉਹਨੂੰ ਨਹੀਂ ਚੇਤਾ ਹੁੰਦਾ ਵੀ ਇਹਦਾ ਅਗਲੇਰਾ ਬੜਾ ਬੁਢਾਪਾ ਹੈ, ਜੋਬਨ ਨੇ ਮੇਰਾ ਸਾਥ ਨਹੀਂ ਦੇਣਾ, ਇਹ ਬਹੁਤ ਥੋੜ੍ਹੀ ਚੀਜ਼ ਹੈ। ਗੁਰਬਾਣੀ ਵਿੱਚ ਬਚਨ ਮਿਲਦੇ ਨੇ, ਸਾਹਿਬ ਆਖਦੇ ਨੇ, ਧਨ ਜੋਬਨ ਕਾ ਗਰਭ ਨਾ ਕੀਜੈ, ਕਾਗਜ਼ ਜਿਉਂ ਗਲ ਜਾਏਗਾ। ਕੈਸੀਆਂ ਨਿੱਤ ਦਿਹਾੜੀ 'ਚ ਕੰਮ ਆਉਣ ਵਾਲੀਆਂ ਉਦਾਹਰਨਾਂ ਨੇ। ਜਿਵੇਂ ਕਾਗਜ਼ ਦੇ ਉੱਤੇ ਪਾਣੀ ਡੁੱਲ ਜਾਏ, ਕਾਗਜ਼ ਗਲ ਜਾਂਦਾ ਹੈ, ਇੱਕ ਪਲ ਲੱਗਦੀ ਕਾਗਜ਼ ਗਲ ਜਾਂਦਾ ਹੈ। ਸਾਹਿਬ ਕਹਿੰਦੇ ਤੇਰਾ ਜੋਬਨ ਇਵੇਂ ਗਲ ਜਾਣਾ ਹੈ, ਇਹਨੇ ਤੇਰਾ ਸਾਥ ਨਹੀਂ ਦੇਣਾ। ਰੋਜ਼ ਪੜ੍ਹਦੀ ਹੋਈ ਜਰ ਆਈ ਜੋਬਨ ਹਾਰੇ। ਜੋਬਨ ਲੱਖਾਂ ਕਰੋੜਾਂ ਦੁਨੀਆ ਦੇ ਉੱਤੇ ਆਪਾਂ ਵੇਖਦੇ ਹਾਂ, ਹਰ ਵਾਰੀ ਜੋਬਨ ਹਾਰੇ ਹੈ, ਜਰ ਜਿੱਤਿਆ, ਬੁਢਾਪਾ ਜਿੱਤਿਆ, ਜੋਬਨ ਹਾਰੇ।
पर मनुख जवानी पहरे च समझ नहीं पाता। तीजे पहरे रहन के बन जा रहा मित्रा धन जो बन चित, हर का नाम ना चेती बन जा रहा मित्रा बद्दा छुटे चित, हर का नाम ना चेते प्राणी बिगड़ पे असंग माया, धन स्यो मत्ता जोबन मत्ता, धन स्यो रत्ता जोबन मत्ता, अहिंदा जन्म कवाया, धर्म सेती व्यापार न कीतो, कर्म न कीतो मिट, कहो नानक प्राणी तीजे पहरे धन जोबन स्यो चित। जिन्ना चਿਰ जवानी का पहरा मनुख सोचता शायद मेरे वर्गा कोई भी नहीं है, हकीकत यह है तेरे तो पहला पड़ा सारा ही जवानी हंडा के अज तेरी अखां दे सामने है। उन्होंने तस्वीर तो अज दी वेख नैनो नीर बहे तन खीना, भय केस तुदवानी रुद्धा कंठ शब्द नहीं उतरे, अब क्या करे प्राणी राम राय वो है वैद बनवारी, अपने संत देव बारी। उन्होंने तस्वीर देख जिन रोयन जग मोहया से रोयन में डिट, कजर रेख ना सिंधियां से पंखी सुए बैठ। ਜਿਹੜੀਆਂ ਅੱਖਾਂ ਇੰਨੀਆਂ ਸੋਹਣੀਆਂ ਸਨ, ਅੱਖਾਂ ਦੀਆਂ ਹਰਕਤਾਂ ਨਾਲ ਦੁਨੀਆ ਨੂੰ ਮੋਹ ਲੈਂਦਾ ਸੀ, ਅੱਜ ਉਹਨਾਂ ਅੱਖਾਂ ਦੇ ਟੋਇਆਂ 'ਚ ਪੰਛੀਆਂ ਨੇ ਆਲਣੇ ਪਾ ਲਏ। ਤੈਨੂੰ ਜੋਬਨ ਦੀ ਤਸਵੀਰ ਦਿਖਾਵਾਂ। जै सिर रज रज बांधत पाग, सो सिर चुंच सवारे काग, इस तन धन का क्या गरवैया, राम नाम काहे न दड़ैया। कहत कबीर सुनो मन मेरे, यही आवाज होएंगे तेरे, चार दिनों की जिंदगी भुल न जाई, धन जोबन अर फुलड़ा नाठी अड़े दिन चार। चार दिनों की कहानी। जिंदगी के अंदर जोबन एक इहो जी दोपहर है, ਇਹਦੇ 'ਚ धर्म भी कमा सकना, पुण्य भी कमा सकना, पाप भी कमा सकना, जिंदगी भी कमा सकना, चंगे काम भी कर सकना। दो शब्द मैं फिर कहन लगा, एक हुंदा जोबन, एक हुंदा जीवन। जोबन साथ नहीं देता, जीवन साथ देता है। जिन्हों ने जोबन विच जीवन बना लिया, लोग उन्होंने अज तक भी पूछते हैं। कोई पूछता कबीर साहब का जोबन किहो जिहा सी, कोई पूछता शेख फरीद का जोबन किहो जिहा सी, कोई पूछता रविदास जी की सुहबन किहो जी सी, कोई पूछता नामदेव जी के नैन नक्श किहो जिहे सन। उन्होंने जीवन बना लिया ते अज दुनिया उन्होंने नमस्कार करती है। जेड़े केवल जोबन विच उलझ गए ते उन्हां दी कोटी कीमत ना पई। जोबन जांदे ना डरां, जे शह प्रीत ना जाए, फरीदा किती जोबन प्रीत बिन सुक गए कुमलाए। मैं प्रीत भी होने जोबन मिट्टी विच रुलदे वेखे। हजूर ने बड़ी बड़ी कृपा की अज साडे ते, सानू जिंदगी का तत्व समझाया। एक छोटी जी गाथा कह के शब्दां दे अर्थ करांगे। एक पासे कोठरी विच बंद है बाप, दूजे पासे नाल दी कोठरी च बंद है पुत। दोवें सिदकी सिख ने। पुत नूं बहुत भटकाया, गुरु अते बाप की सिक्ख्या ने अडोल रखिया, नहीं बोलिया। पुत नूं भटका के जदों थक गए, फिर बाप कोल आए। बाप नूं आके बैठ के कहन लगे, हाकम तेरे किन्ने पुत ने? कहन लगे इक्को ही है। कहन लगे मैं भी यही सुनिया भी इक्को ही पुत है तेरा, ते तेरे दिमाग च साडी गल क्यों नहीं पैंदी? इक्को एक तेरा पुत होवे, तेरी जड़ कोई पुट्टे च मन्निया जा सकता, तू अपनी जड़ आप ही पट्टन लगे हुए हैं। तेरे तो बाद तेरी कुल नहीं चलनी, खत्म हो जानी तेरी कहानी। लोग अपने परिवार लई वारस पालते हैं, ते तू अपना वारस बर्बाद करन लगा है। तरस करो अपने पुत की जवानी ते। जवान पुत है तेरा, किड्डी सुंदरता है उहदे कोल, किड्डा सोहना लगता है, अखां नूं मोह लैंदा है। अपने पुत नूं जवानी हंडाउण दे। बाप दी अखां च पानी आ गया।
कहन लगे बस असी यही चाहते हैं तू समझ ले, साडी गल समझ लगी ना हुण तेनू, कहे अपने पुत नूं भी सिख ना रवे, मुसलमान बन जाए, हर सुख सहूलत ओहदी झोली विच होवेगी। ए अथरूआं दा मुल तां पैना अपने पुत नूं समझा। वो कहन लगे अथरू किसी पछतावे दे नहीं आए। फिर किस गलों आए ने? कहते अथरू इसलिए आए ने, मैं बाप वाली अख नाल ही देखता रहा, मैनू अज तुसीं दस्सिआ मेरा पुत बहुत सोहना जवान निकलिया। ओ सच्चे पातशाह, अज मैं याद करदे तेरा अजीत सिंह किड्डा सोहना होवेगा जदों तू छाती नाल ला के उन्होंने गलवकड़ी च लैके मत्था चुम के तीर खान भेजिया सी, तलवारां खान भेजिया सी, उन्होंने फट खान भेजिया सी, लहू डोलण वास्ते भेजिया सी। ओ दातिया तेरे तो 4 पुत बारे, मेरे कोल तो इक्को ही है। शुक्र है जे मेरे पुत की सोहनी जवानी है, ये मेरे सोहने गुरु के लड़ लगन लगी है। जिस जवानी का तू गल करना है, ये जवानी ने रोज नहीं रहना, पर जे मेरा पुत लेखे लग गया ना, ये इंसानियत ने तो रोज जिंदी रहना है। यकीन करके जाने हो, अज उन्होंने प्यो पुत्रां दा नाम अरदास विच आपां लैने हैं, जिन्होंने चरखड़ियां ते चढ़ाया। बाप का नाम है सुबीक सिंह, रोज अरदास विच याद करते हैं। वो किड्डा सियाना बाप होवेगा जिन्हें अपना पुत धर्म के लेखे ला दिता। पंथ प्रकाश के बोल ने शाहबाज सिंह अपने पुत नूं लेखे लाउण वाले दे जदों जालिम कहंदा सी तू कुल बर्बाद करन लगा, उन्हें इको ही जवाब दिता सी, हमरे कारण गुरकुल गवाई, हम कुल रखें कवन बढ़ाई। प्यार वालियों, बेनती कर जवानी विच जीवन बना लईए, रहिंदी दुनिया तक इतिहास के पन्नियां ते जिंदा रहेगा। जे जवानी के हंकार विच ही 4 दिन डुब के चले गए तो जवानी भी थिर नहीं रहनी। जवानी विच कमाए हुए कलंक इंसानियत की चादर नूं सदा ही शर्मिंदा करते रहेंगे। वो लगे हुए दाग नहीं मिटते जिहड़े मनुख जवानी चला लेंदे। जवानी च कमाया हुआ धर्म उहदे बजुर्गों का भी ओहदा भी संसार विच नाम उच्चा कर देंदा। अज हजूर ने बड़ी प्यारी रहमत बख्शिश की है। ये बाणी गुरु ग्रंथ साहिब जी के 1410 पन्ने उत्ते अंकित है। पहला मेरे मालिक ने मूल मंत्र अंकित किया है। इस गल को इन्नी बारी तां रिपीट किया गया है जिमें किसी मंजिल ते जाना होवे, रस्ता ना भुल जाए, वो बार बार शहर का नाम आउंदा रहिंदा है, तुहाडी मंजिल आए, तुहाडी मंजिल आए। किसी किस्म का मोड़ आया उत्थे तुहानूं सैन आ जाने कि तुहाडे शहर नूं आ रस्ता जांदा। गुरु जी गुरबाणी विच कई तरह दी गल्लां समझाउंदे आ पुत किते विछड़ ना जाई, गल जिहड़ी मूल है उन्हें चेते रखी। फिर सतगुरु मूल मंत्र नाल जोड़ देंदे ने, तेरी मंजिल की है, इहो जिहा गुणवान बनना, इहो जिहा रब नूं मिलना। बार बार चेते करवा देंदे ने। 567 वारी गुरु ग्रंथ साहिब जी की बाणी विच ये मूल मंत्र दोहराया होया सच्चे पातशाह ने। एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद। परमेश्वर एक है, निरंकार एक ओंकार, परमेश्वर एक है, सर्व जगह व्यापक है। सतनाम उहदा नाम सदीव सच्चा है। वो नाम का इहो जिहा नहीं है। साडा की है, आया गया मोया नाउ। अपने दादे परदादिਆਂ ਨੂੰ चेते करके देखो, सानू किसी का भी नहीं पता।
पर उहदा नाम रहो साधु रहो गुरु गोबिंद, उहदा नाम सलीब है, उन्हें कदे खत्म नहीं होना। एग्जिस्ट करता है दुनिया च, करता पुरख। वो वाहिगुरू की करता है, वो किरत करता है, वेला नहीं है। संसार को बनाता है कि संसार की प्रतिपालना करता है, ये पूरी हुआ। निर्भाव, वो किसी तो डरता नहीं है। निर्वैर, वो किसी नाल वैर भी नहीं करता। अकाल मूर्ख, वो इहो जी हस्ती है जिहड़ी समय के अधीन नहीं है। जे किसी ने काल तो मुक्त होना है, उन्होंने अकाल का लड़ पकड़ना पैंदा है। अजूनी, वो जूनिया विच नहीं हुंदा। सहभंग, ਉਹਦਾ प्रकाश अपने आप तो है। गुर प्रसाद, इहो जिहा रब किवें मिलदा है? जप करिए, तप करिए, दान करिए, पुण्य करिए, तीर्थां ते जाइए, की करिए हो जे रब की प्राप्ति वास्ते? सब कहते गुर प्रसाद, गुरु की कृपा का पात्र बन जा, तेन कुछ नहीं करना चाहिए। बस कोई रास्ता है, गुरु की रहमत का भागी बनता। श्लोक 12 के वधीक महला पहला, 12 तो बढ़े हुए श्लोकों का इत्थे श्री गुरु जी ने अंकित किए ने। ते शुरुआत की है महला पहला गुरु नानक साहब जी के ये पावन बोल ने। वो तंगी पैओहरी गहरी गंभीरी, बहुत बारी पढ़ते हो। दोवें थाम रखे गुरु सूरे, गुरु सूरमा ऐसा है वो दोवें थाम रखता है। दुनिया में जीवना भी सिखाता है, मालिक के घर मुख उजला करना भी सिखाता है। गुरबाणी केवल एक तरफी नहीं है। देखो नाम तो जोगी भी जपदा है। जोगी किहड़ा कोई गलत काम करते सी? चोरी जोगियां ने नहीं कदे करी, किसी की धी भैन नूं मैली नज़र नाल जोगियां ने नहीं वेखिया। एकांत विच बैठे समाधियां ला के वो किहड़ा गलत काम करते सी? गुरु जी ने उन्होंने प्रवान नहीं किया। क्यों नहीं किया? उसका कारण सिर्फ कोई सी, क्योंकि जिस लोक विच तुहानूं जन्म मिले है, तुसीं तां स्वार्थी होकर बैठ गए भी मेरा जीवन पार हो जाए। जिस माँ ने तेनों जन्म दे के पालिया उसका की कसूर है? जिस प्यो ने तेनों पालिया उसका की कसूर है? गल नहीं रखी आपां। हजूर ने कृपा की, मिल साध संगत भज केवल नाम, तू सोसाइटी बनानी है वही जी। जिन्नी नाम ते आया गए मशक्कत काल, नानक ते मुख उजले केती छुट्टी नाल। तू होरां नूं भी राह दिखाउणा है, तू कदा नहीं बैठना किते। तू संगत विच विचरना है, संसार विच विचरना है। तो सतगुरु ने सानू दुनियावी तौर पर लोक सुखी ते परलोक सुहेले करन दी जाच सिखाई है। ये शब्द ने जिहड़े ये सानू घरोगी जीवन भी सौखा बनाउंदे ने, घर का जीवन भी सौखा बनाउंदे ने। एक सहेली नवी विआही हुई सौहरे घर गई है, उस सौहरे घर विच हुंदा थोड़ा जिहा गला कलेश, वापस आके अपनी सहेली नूं पुछदी है, सहेली मैनूं एक गल दस, मैं अपनी सस दे पैरी हथ लाउणा हुंदा है, रीति रिवाज है, सत्कार करने वड्डियां दा, पर मेरी जवानी मेरा जोबन झुकन नहीं देता। मैं अपनी सस दे पैरी हथ किवें लावां? गल कदे पैरी हथ लाउण दी नहीं भी मैं उसका सत्कार किवें करा, ये सवाल करती है। वो तंगी पैओहरी, वो तंगी लंबी उच्ची, पैओहरी अपने जवानी के शरीरक अंगां के कारण, शरीरक बनतर के कारण बहुत अनुमान है इस गल का। उच्ची लम्मी नौजवान बच्ची जोबन भरे मत्ते हंकार विच एक गल पुछदी है, गहरी गंभीरी, गहरी गंभीरी अहंकार विच गहर गंभीर मस्त होई हुई, भुड्डी बैठी सारा कुछ। वो पुछदी है, ससड़ सुईया किव करी, मैं अपनी सस नूं निभ के नमस्कार किवें करां, उहदा सत्कार किवें करां? निभण ना जाए थणी, मैनू मेरा जोबन झुकन नहीं देता, मैनू मेरी जवानी झुकन नहीं देती, मैनू मेरी सुहपन झुकन नहीं देती। वैसे भी बुढ़ापे अगे जवानी झुकती नहीं है, याद रखियो।
ਸਾਡੇ ਘਰ ਘਰ ਦੀ ਕਹਾਣੀ ਗੱਲ ਤੇ ਸੱਸ ਤੇ ਨੂੰਹ ਦੀ ਲੈ ਕੇ ਕੀਤੀ ਹੋਈ ਹੈ, ਪਰ ਲਾਗੂ ਤੇ ਬੁਢਾਪੇ ਤੇ ਜਵਾਨੀ ਤੇ ਹੈ ਨਾ। ਹਰ ਜਵਾਨੀ ਚਾਹੁੰਦੀ ਹੈ ਵੀ ਬੁਢਾਪੇ ਕੋਲ ਅਕਲ ਨਹੀਂ ਹੁੰਦੀ, ਪਰ ਬੁਢਾਪੇ ਕੋਲ ਹੋਸ਼ ਬਹੁਤ ਹੁੰਦੀ ਹੈ, ਜਵਾਨੀ ਕੋਲ ਜੋਸ਼ ਹੁੰਦਾ ਹੈ। ਸਤਿਗੁਰੂ ਆਖਦੇ ਨੇ, ਉਹ ਤੰਗੀ ਪੈ ਉਹੀ ਗਹਿਰੀ ਗੰਭੀਰੀ, ਸੱਸੜ ਸੂਝਾ ਕਿਵ ਕਰੀ। ਮੈਂ ਕਿਵੇਂ ਜਾ ਕੇ ਨਿਭਾਂ, ਨਿਭਣ ਨਾ ਜਾਏ ਠਣੇ, ਮੇਰੇ ਕੋਲੋਂ ਝੁਕਿਆ ਨਹੀਂ ਜਾਂਦਾ। ਸਹੇਲੀ ਦੂਜੀ ਸਹੇਲੀ ਨੂੰ ਪੁੱਛਦੀ ਹੈ। ਹੁਣ ਉਹ ਸਹੇਲੀ ਬੜੀ ਸਿਆਣੀ ਹੈ, ਬੜੀ ਦਾਨੀ ਹੈ। ਇਉਂ ਕਹਿ ਲਓ ਵੀ ਇੱਕ ਸਤ ਸੰਗੀ ਦੂਜੇ ਸਤਸੰਗੀ ਨੂੰ ਪੁੱਛਦਾ ਹੀ ਗੱਲ, ਇਉਂ ਕਹਿ ਲਓ। ਹੁਣ ਉਹ ਜਵਾਬ ਦਿੰਦੀ ਹੈ, ਗੱਜ ਜੇ ਲੱਗਾ ਗਿੜਬੜੀ, ਭਲੀਏ ਤੂੰ ਕਿਸ ਗੱਲ ਵਿੱਚ ਹੰਕਾਰ ਵਿੱਚ ਮੱਤੀ ਹੋਈ ਹੈ। ਮੈਂ ਉਹ ਇਮਾਰਤਾਂ ਵੀ ਦੇਖੀਆਂ ਨੇ ਜਿਨ੍ਹਾਂ ਦੀ ਚੜਾਈ ਵੀ ਚੂਨੇ 'ਚ ਹੋਈ, ਜਿਨ੍ਹਾਂ ਨੂੰ ਲਿਪਿਆ ਵੀ ਚੂਨੇ ਨਾਲ ਗਿਆ ਹੈ। ਪੁਰਾਣੇ ਸਮੇਂ 'ਚ ਸੀਮਟ ਦੀ ਥਾਂ ਤੇ ਚੂਨਾ ਵਰਤਿਆ ਜਾਂਦਾ ਸੀ। ਅੱਜ ਕੱਲ੍ਹ ਸੀਮਟ ਕਹਿ ਲਓ ਬਹੁਤ ਕੀਮਤੀ। ਮੈਂ ਇਹੋ ਜਿਹੀਆਂ ਇਮਾਰਤਾਂ ਦੇਖੀਆਂ ਨੇ ਜਿਹੜੀਆਂ ਇਮਾਰਤਾਂ ਬਹੁਤ ਦਾਅਵਾ ਰੱਖਦੀਆਂ ਸਨ ਭਈ ਇਹਨਾਂ ਦੀ ਚਣਾਈ ਵੀ ਬੜੀ ਪੱਕੀ ਹੋਈ ਹੈ ਤੇ ਇਹਨਾਂ ਨੂੰ ਬਾਹਰੋਂ ਵੀ ਚੰਗੀ ਤਰ੍ਹਾਂ ਲਿਪਿਆ ਪੋਚਿਆ ਹੋਇਆ ਹੈ, ਇਹ ਇਮਾਰਤਾਂ ਡਿੱਗਣਗੀਆਂ ਨਹੀਂ। ਪਰ ਮੈਂ ਉਹਨਾਂ ਦੇ ਵੀ ਗੱਜ ਉਤਰਦੇ, ਉਹਨਾਂ ਦੇ ਵੀ ਚੂਨਾ ਉਤਰਦਾ, ਉਹਨਾਂ ਨੂੰ ਵੀ ਕਮਜ਼ੋਰ ਹੁੰਦੇ ਆ, ਉਹਨਾਂ ਨੂੰ ਵੀ ਡਿੱਗਦੇ ਆ ਵੇਖਿਆ। ਮੈਂ ਐਸੀਆਂ ਇਮਾਰਤਾਂ ਵੀ ਦੇਖੀਆਂ ਨੇ, ਭਲੀਏ ਉਹਨਾਂ ਦੀ ਤਾਂ ਕੋਈ ਬੁਨਿਆਦ ਵੀ ਹੈ। ਉਹਨਾਂ ਦੇ ਬਣਾਉਣ ਵਾਲਿਆਂ ਨੇ ਉਹਨਾਂ ਦਾ ਸਮਾਂ ਨਿਸ਼ਚਿਤ ਕੀਤਾ ਸੀ ਵੀ ਇਹ 5 ਸਾਲ ਕਿਧਰੇ ਨਹੀਂ ਜਾਏਗੀ, 20 ਸਾਲ 100 ਸਾਲ ਕਿਧਰੇ ਨਹੀਂ ਜਾਏਗੀ। ਉਹਨਾਂ ਦਾ ਤਾਂ ਸਮਾਂ ਵੀ ਨਿਸ਼ਚਿਤ ਸੀ, ਮੈਂ ਉਹਨਾਂ ਨੂੰ ਵੀ ਡਿੱਗਦਿਆਂ ਵੇਖਿਆ। ਤੇ ਜਿਹੜਾ ਤੂੰ ਮਾਣ ਕਰਨੀ ਹੈ, ਅਸੀਂ ਤਾਂ ਹਮ ਆਦਮੀ ਹਾਂ ਇੱਕਦਮ ਹੀ। ਤੂੰ ਕਿਸ ਗੱਲ ਦਾ ਹੰਕਾਰ ਕਰਨਾ। ਗੱਜ ਜੇ ਲੱਗਾ ਗਿੜਵੜੀ, ਸਖੀਏ ਧੌਲ ਹਰੀ। ਧੌਲ ਹਰੀ ਬੜੇ ਬੜੇ ਧੌਲਾਂ ਨੂੰ, ਬੜੇ ਬੜੇ ਇਮਾਰਤਾਂ ਨੂੰ। ਸ਼ੇਪੀ ਢੈਂਜੇ ਡਿੱਠ ਮੈਂ ਮੁੰਦ ਨਾ ਕਰ ਬਥਣੀ। ਭਲੀਏ ਜਿਵੇਂ ਉਹ ਇਮਾਰਤਾਂ ਡਿੱਗ ਪਈਆਂ, ਅੱਜ ਉਹਨਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ। ਸ਼ੇਪੀ ਢੈਂਜੇ ਡਿੱਠ ਮੈਂ ਉਹਨਾਂ ਨੂੰ ਢਹਿੰਦੀਆਂ, ਮੈਂ ਉਹਨਾਂ ਨੂੰ ਡਿੱਗਦਿਆਂ ਵੇਖਿਆ, ਜਿਹੜੀਆਂ ਬੜੀਆਂ ਪੱਕੀਆਂ ਇਮਾਰਤਾਂ ਕਹਿੰਦੇ ਸਨ। ਮੁੰਦ ਨਾ ਕਰ ਬਥਣੀ, ਤੂੰ ਵੀ ਆਪਣੇ ਜੋਬਨ ਦੇ ਹੰਕਾਰ ਵਿੱਚ ਭੁੱਲੀ ਨਾ ਫਿਰ। ਭਲੀਏ ਕਿਸੇ ਸਿਆਣੇ ਦਾ ਸਤਿਕਾਰ ਕਰਕੇ ਉਹਦੇ ਕੋਲੋਂ ਆਸ਼ੀਰਵਾਦ ਲੈ ਲੈ, ਤੇਰਾ ਜੀਵਨ ਬਣ ਜਾਏਗਾ। ਜੋਬਨ ਨੇ ਤੇਰਾ ਸਾਥ ਨਹੀਂ ਦੇਣਾ, ਜੀਵਨ ਨੇ ਤੇਰਾ ਸਾਥ ਦੇਣਾ। ਮਨੁੱਖ ਹੰਕਾਰ ਵਿੱਚ ਭੁੱਲਿਆ ਹੈ, ਸਮਝਦਾ ਨਹੀਂ ਹੈ। ਛੋਟੀ ਜਿਹੀ ਉਦਾਹਰਨ ਹੋਰ ਦੇ ਦਿਆਂ। ਬੁਢਾਪਾ ਆ ਗਿਆ, ਇੱਕ ਬਜ਼ੁਰਗ ਪਿੱਠ ਵਿੱਚ ਵੱਟ ਪੈ ਗਿਆ, ਬਲ ਪੈ ਗਿਆ, ਕੁੱਬਾ ਹੋਇਆ, ਸੋਟੀ ਦੇ ਸਹਾਰੇ ਹੌਲੀ ਹੌਲੀ ਤੁਰਿਆ ਜਾ ਰਿਹਾ ਹੈ। ਕੋਲ ਦੀ ਇੱਕ ਨੌਜਵਾਨ ਲੰਘਿਆ, ਬੜਾ ਤਰਕ ਕੀਤਾ, ਕਹਿੰਦਾ ਬਾਪੂ ਪਤਾ ਨਹੀਂ ਰੋਜ਼ ਤੂੰ ਕੀ ਲੱਭਦਾ ਰਹਿਣਾ, ਇੰਨਾ ਨੀਵਾਂ ਹੋ ਕੇ ਧਰਤੀ ਤੇ ਕੀ ਵੇਖਦਾ ਰਹਿਣਾ, ਕੀ ਲੱਭਦਾ ਰਹਿਣਾ ਰੋਜ਼, ਮੈਨੂੰ ਦੱਸ ਮੈਂ ਲੱਭ ਦੇਣਾ। ਬਜ਼ੁਰਗ ਨੇ ਛੋਟੀ ਦਾ ਸਹਾਰਾ ਲਿਆ, ਖੜਾ ਹੋ ਗਿਆ, ਕਹਿੰਦੇ ਪੁੱਤ ਮੈਂ ਤਾਂ ਬੇਵਕੂਫੀ ਕਰਨਾ, ਮੈਂ ਤਾਂ ਬੇਅਕਲੀ ਕਰਨਾ। 2 ਵਾਰੀ ਕਰੀ ਹੈ ਬੇਅਕਲੀ। ਜਦੋਂ ਜਵਾਨੀ ਸੀ ਉਦੋਂ ਵੀ ਬੇਅਕਲੀ ਕਰੀ, ਸੰਭਾਲੀ ਨਹੀਂ, ਇਹਨਾਂ ਗਲੀਆਂ 'ਚ ਗੁਆਚ ਗਈ। ਹੁਣ ਪਤਾ ਵੀ ਹੈ ਵੀ ਲੱਭਣੀ ਨਹੀਂ, ਮੈਂ ਫਿਰ ਵੀ ਲੱਭਦਾ ਫਿਰ ਰਿਹਾ। ਪਤਾ ਵੀ ਹੈ ਵੀ ਲੱਭਣੀ ਨਹੀਂ ਹੈ, ਜਵਾਨੀ ਗੁਆਚ ਗਈ, ਮੁੜ ਕੇ ਨਹੀਂ ਮਿਲਣੀ, ਫਿਰ ਵੀ ਲੱਭਦਾ ਫਿਰ ਰਿਹਾ। ਕਹਿਣ ਲੱਗੇ ਮੈਂ ਤਾਂ ਬੇਅਕਲੀ ਕੀਤੀ, ਪਰ ਤੂੰ ਨਾ ਕਰੀ।
तेरी गुआच रही है जवानी, मैं तो गुआ बैठा होया ना, तेरी गुआच रही है, किते कल गुआ के तुम भी मेरे वांगू लभदा फिरे, अज इनू संभाल लै। सच करके जानियो, दो सहेलियां विच होई गल सानू समझा रहे ने गुरु जी, जो बंदा हंकार ना करियो मना, इन्हें 4 दिनों की गल है, तेरा साथ नहीं देना। जो जाना मैं जोबनवंत, सो होबत बिस्ता का जन। सुन मुद्दे करना किए, गूढ़ा बैन अपार, पहला वस्त सिंह के कीचे व्यापार। गज जे लगा गिड़बड़ी, सखीए ढोल खरी। बड़ियां पक्कियां इमारतां भी मैं डिगदियां वेखियां ने, जे झुक जाएंगी सुख पाएंगी, आकड़ विच रहेंगी बर्बाद हो जाएंगी। आखिरी गल कह के समाप्ति करिए। भाई वीर सिंह की एक कविता बड़ी प्यारी। एक सागर अपने विच अभेद होने वाली नदी नूं एक सवाल पूछता है, कहंदा भलिए जिन्नी बारी भी तू मेरे को आउनी है, तू बड़ियां चीज़ां लोकां दियां लैके आउनी, पशु हड़ा ले आउनी है, इमारतां हड़ा ले आउनी है, लोकां नूं हड़ा ले आउनी, बड़े बड़े तारुआं नूं भी डोब ले आउनी है। पर मैं तेनूं पुछना चाहुंदा, तू कदी बैंच दा बूटा, बांस दा दरख्त नहीं पुट के लेके आई? नदी कहती भी पुट के मैं उन्होंने भी दियां, पर वह मेरे को नहीं पुटिया जाता, क्योंकि जदों मेरा हर पूरा जोबन से चढ़ के आया होंदा उदों झुक जाता है, जिहड़ा झुक जाता है वह मेरे को पुटिया नहीं जाता। सागर पुछदा सोनी नदीए, सब बूटे बूटियां पुट ले आवे तू, पर ना कदी बैंच दा बूटा इत्थे आन पहुंचावे तू। नदी आखदी सुन वे सागर, सब बूटे पुट सुटा, निभे जो वगदे रौंदे, अगे पेश न उसते जावे। मेरी उत्ते पेश नहीं जाती। आओ प्यार वालिओ, जोबन जवानी का हंकार करन दी बजाय चंगा जीवन बना लईए। जिन्हां दा जीवन चंगा बन जाएगा वो मालिक विच अभेद हो जाएंगे। इन्नी बेनतियां कबूल करियो। खुला दी खिमा प्यार नाल आखो जी वाहिगुरू जी का खालसा, वाहिगुरू जी की फतेह।